Welcome student. I am Harmanpreet Walia, Science Mistress from GHS Meerpur Jatta, SPS Nagar. So today we will discuss about force and laws of motion, बल ਅਤੇ ਗਤੀ ਦੇ ਨਿਯਮ। ਇਹਨਾਂ ਬਾਰੇ ਜਿਹੜਾ ਹੈ ਅੱਜ ਅਸੀਂ ਪੜਾਂਗੇ, ਬਲ ਅਤੇ ਗਤੀ ਦੇ ਨਿਯਮ। ਸੋ ਆਪਣੇ ਕੋਲ ਤੁਸੀਂ ਦੇਖਿਆ ਹੈ ਕਿ ਕਿਸੇ ਵਸਤੂ ਦੇ ਉੱਤੇ ਜਦੋਂ ਅਸੀਂ ਬਲ ਲਗਾਉਂਦੇ ਹਾਂ ਤਾਂ ਉਸ ਵਸਤੂ ਦੇ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਆਉਂਦੇ ਹਨ। ਬਲਕਿ ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਕਹਿ ਦਿੰਦੇ ਹੋ ਕਿ ਕਿਸੇ ਵਸਤੂ ਦੇ ਉੱਤੇ ਜਦੋਂ ਤੁਸੀਂ ਅਸੰਤੁਲਿਤ ਬਲ ਲਗਾਉਂਦੇ ਹੋ ਤਾਂ ਉਹ ਵਸਤੂ ਜਿਹੜੀ ਆ ਉਹ ਗਤੀ, ਜੇ ਕੋਈ ਰੁਕੀ ਹੋਈ ਚੀਜ਼ ਆ ਤਾਂ ਉਹਨੂੰ ਅਸੀਂ ਚਲਾ ਸਕਦੇ ਹਾਂ। ਠੀਕ ਹੈ, ਲਾਈਕ ਫੋਰ ਐਗਜ਼ਾਮਪਲ ਸਾਈਕਲ ਚਲਾਉਂਦੇ ਹਾਂ। ਠੀਕ ਹੈ, ਤਾਂ ਜਦੋਂ ਅਸੀਂ ਬਲ ਲਗਾਉਂਦੇ ਹਾਂ ਤਾਂ ਉਹ ਸਾਈਕਲ ਜਿਹੜਾ ਵਿਰਾਮ ਅਵਸਥਾ ਤੋਂ ਚੱਲਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਅਸੀਂ ਚਲਦੀ ਹੋਈ ਚੀਜ਼ ਨੂੰ ਰੋਕ ਸਕਦੇ ਹਾਂ। ਠੀਕ ਹੈ, ਕੋਈ ਫੁੱਟਬਾਲ ਆ ਰਹੀ ਹੈ ਸਾਡੇ ਸਾਹਮਣੇ, ਅਸੀਂ ਉਹਨੂੰ ਬਲ ਲਗਾ ਕੇ ਜਿਹੜਾ ਰੋਕ ਸਕਦੇ ਹਾਂ, ਜਾਂ ਫਿਰ ਆਪਣੇ ਕੋਲ ਜਿਹੜਾ ਹੈ ਉਹਦੇ ਆਕਾਰ ਦੇ ਵਿੱਚ ਪਰਿਵਰਤਨ ਕਰ ਸਕਦੇ ਹਾਂ। ਠੀਕ ਹੈ, ਮੰਨ ਲਓ ਕੋਈ ਫੁੱਟਬਾਲ ਹੈ ਜਾਂ ਬੈਲੂਨ ਹੈ, ਉਸਨੂੰ ਅਸੀਂ ਜਦੋਂ ਫੋਰਸ ਲਗਾਉਂਦੇ ਹਾਂ ਤਾਂ ਉਹ ਜਿਹੜਾ ਹੈ ਉਹਦੀ ਸ਼ੇਪ, ਉਹਦਾ ਆਕਾਰ ਜਿਹੜਾ ਹੈ ਉਹ ਬਦਲ ਜਾਂਦਾ, ਵਸਤੂ ਦਾ ਆਕਾਰ ਬਦਲਿਆ ਜਾ ਸਕਦਾ, ਵਸਤੂ ਦੀ ਅਸੀਂ ਦਿਸ਼ਾ ਬਦਲ ਸਕਦੇ ਹਾਂ ਬਲ ਲਗਾ ਕੇ। ਲਾਈਕ ਫੋਰ ਐਗਜ਼ਾਮਪਲ ਅਸੀਂ ਫੁੱਟਬਾਲ ਨੂੰ ਕਿੱਕ ਮਾਰੀਏ, ਠੀਕ ਹੈ, ਤਾਂ ਉਹ ਉਹਦੀ ਦਿਸ਼ਾ ਬਦਲ ਜਾਏਗੀ, ਫਿਰ ਕਿਸੇ ਹੋਰ ਨੇ ਕਿੱਕ ਮਾਰੀ, ਉਹਦੀ ਦੂਸਰੀ ਦਿਸ਼ਾ ਹੋ ਜਾਏਗੀ। ਸੋ ਅਸੀਂ ਬਲ ਲਗਾ ਕੇ ਜਿਹੜਾ ਹੈ ਉਹ ਕਿਸੇ ਵਸਤੂ ਦਾ ਆਕਾਰ ਬਦਲ ਸਕਦੇ ਹਾਂ, ਚਲਦੀ ਹੋਈ ਚੀਜ਼ ਨੂੰ ਰੋਕ ਸਕਦੇ ਹਾਂ, ਰੁਕੀ ਹੋਈ ਚੀਜ਼ ਨੂੰ ਚਲਾ ਸਕਦੇ ਹਾਂ, ਜਾਂ ਉਹਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦੇ ਹਾਂ। ਇਹ ਅਸੀਂ ਬਲ ਦੇ ਨਾਲ ਕਰ ਸਕਦੇ ਹਾਂ। ਤਾਂ ਨਿਊਟਨ ਨੇ ਸਾਡੇ ਕੋਲ ਇਸ ਦੇ ਵਿੱਚ ਜਿਹੜੇ ਹੈ ਬਲ ਦੇ ਨਾਲ ਗਤੀ ਦੇ ਵਿੱਚ ਜਿਹੜੇ ਹੈ ਉਹ ਆਪਣੇ ਕੋਲ ਕੁਝ ਨਿਯਮ ਦਿੱਤੇ। ਸੋ ਨਿਊਟਨ ਨੇ ਜਿਹੜਾ ਪਹਿਲਾ ਨਿਯਮ ਸਾਨੂੰ ਦਿੱਤਾ, ਉਹ ਕਹਿੰਦਾ ਹੈ ਕਿ ਅਗਰ ਕੋਈ ਵਸਤੂ ਜਿਹੜੀ ਹੈ ਕਿਸੇ ਵੀ ਵਸਤੂ, ਕੋਈ ਵੀ ਵਸਤੂ ਜਿਹੜੀ ਹੈ ਅਗਰ ਉਹ ਚੱਲ ਰਹੀ ਹੈ ਤਾਂ ਉਹ ਚੱਲੀ ਜਾਏਗੀ, ਅਗਰ ਕੋਈ ਚੀਜ਼ ਰੁਕੀ ਹੋਈ ਹੈ ਤਾਂ ਉਹ ਰੁਕੀ ਹੀ ਰਹੇਗੀ ਜਦ ਤੱਕ ਉਸਦੇ ਉੱਤੇ ਅਸੀਂ ਕੋਈ ਬਾਹਰੀ ਅਸੰਤੁਲਿਤ ਬਲ ਜਿਹੜਾ ਹੈ ਉਹ ਨਹੀਂ ਲਗਾਉਂਦੇ। ਠੀਕ ਹੈ ਜੀ। ਸੋ ਅਸੀਂ ਕਹਿ ਸਕਦੇ ਹਾਂ ਕੋਈ ਵੀ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖੀ ਇੱਕ ਸਮਾਨ ਗਤੀ ਅਵਸਥਾ ਵਿੱਚ ਉਦੋਂ ਤੱਕ ਬਣੀ ਰਹਿੰਦੀ ਹੈ ਜਦ ਤੱਕ ਉਸਦੇ ਉੱਤੇ ਕੋਈ ਅਸੰਤੁਲਿਤ ਬਲ ਜਿਹੜਾ ਹੈ ਨਹੀਂ ਲੱਗਦਾ। ਇਸ ਨੂੰ ਅਸੀਂ ਜੜਤਾ ਦਾ ਨਿਯਮ ਵੀ ਕਹਿੰਦੇ ਹਾਂ ਕਿ ਕੋਈ ਵੀ ਚੀਜ਼ ਆਪਣੀ ਹੀ ਉਹਦੇ ਵਿੱਚ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਤਾਂ ਇਸ ਦੇ ਬਾਰੇ ਤੁਸੀਂ ਜਿਹੜਾ ਹੈ ਉਹ ਬਹੁਤ ਵਾਰ ਜਿਹੜਾ ਹੈ ਉਹ ਪਿਛਲੀ ਕਲਾਸ ਦੇ ਵਿੱਚ ਜਾਂ ਪਿਛਲੇ ਲੈਕਚਰਸ ਦੇ ਵਿੱਚ ਡਿਸਕਸ ਕਰ ਚੁੱਕੇ ਹੋ ਕਿ ਜੜਤਾ ਕੀ ਹੁੰਦੀ ਹੈ। ਤਾਂ ਹੁਣ ਅੱਜ ਅਸੀਂ ਗਤੀ ਦੇ ਦੂਸਰੇ ਨਿਯਮ ਬਾਰੇ ਜਿਹੜਾ ਹੈ ਉਹ ਪੜਾਂਗੇ ਕਿ ਗਤੀ ਦਾ ਦੂਸਰਾ ਨਿਯਮ ਜਿਹੜਾ ਹੈ ਕੀ ਹੈ। ਇਹ ਤਾਂ ਅਸੀਂ ਹੁਣ ਪੜ੍ਹ ਹੀ ਚੁੱਕੇ ਹਾਂ ਕਿ ਗਤੀ ਦਾ ਜਿਹੜਾ ਪਹਿਲਾ ਨਿਯਮ ਹੈ ਉਹਦੇ ਉੱਤੇ ਕੀ ਹੈ ਕਿ ਵਸਤੂ ਦੇ ਉੱਤੇ ਜਦ ਤੱਕ ਅਸੀਂ ਕੋਈ ਅਸੰਤੁਲਿਤ ਬਲ ਨਹੀਂ ਲਗਾਉਂਦੇ ਤਦ ਤੱਕ ਉਹ ਵਸਤੂ ਜੇ ਰੁਕੀ ਹੈ ਤਾਂ ਰੁਕੀ ਹੀ ਰਹਿਣੀ ਹੈ, ਜੇ ਉਹ ਚੱਲ ਰਹੀ ਹੈ ਤਾਂ ਉਹ ਚੱਲਦੀ ਹੀ ਰਹਿਣੀ ਹੈ। ਠੀਕ ਹੈ ਜੀ। ਪਰ ਅਸੀਂ ਕਹਿੰਦੇ ਨੇ ਕਿ ਚੀਜ਼ਾਂ ਚੱਲਦੀਆਂ ਹੋਈਆਂ ਰੁਕ ਜਾਂਦੀਆਂ, ਜਿਵੇਂ ਹੁਣ ਫੈਨ ਹੈ, ਜੇ ਅਸੀਂ ਸਵਿਚ ਆਫ ਕਰ ਦਾਂਗੇ ਤਾਂ ਬੰਦ ਹੋ ਜਾਂਦਾ ਕਿਉਂਕਿ ਇਹਦੇ 'ਤੇ ਫ੍ਰਿਕਸ਼ਨ ਲੱਗਦੀ ਹੈ, ਰਗੜ ਬਲ ਲੱਗਦਾ, ਤਾਂ ਉਹਨੂੰ ਰੋਕ ਰਿਹਾ। ਠੀਕ ਹੈ, ਜੇ ਨਹੀਂ ਹੋਏਗੀ ਫ੍ਰਿਕਸ਼ਨ ਬੇਟਾ ਤਾਂ ਇਹਨੇ ਚੱਲਦਾ ਹੀ ਰਹਿਣਾ ਫੈਨ। ਠੀਕ ਹੈ, ਮਤਲਬ ਕੋਈ ਵੀ ਚੀਜ਼ ਅਗਰ ਚੱਲ ਰਹੀ ਹੈ ਤਾਂ ਉਹਨੇ ਚੱਲੀ ਹੀ ਜਾਣਾ ਹੈ, ਗਤੀ ਦੇ ਵਿੱਚ ਹੈ ਤਾਂ ਗਤੀ ਦੇ ਵਿੱਚ ਹੀ ਰਹੇਗੀ, ਰੁਕੀ ਹੋਈ ਹੈ ਤਾਂ ਉਹਨੇ ਰੁਕੀ ਹੀ ਰਹਿਣਾ ਜਦ ਤੱਕ ਕੋਈ ਉਸਦੇ ਉੱਤੇ ਕੋਈ ਅਸੰਤੁਲਿਤ ਬਲ ਜਿਹੜਾ ਹੈ ਉਹ ਨਹੀਂ ਲੱਗਦਾ। ਇਹ ਗਤੀ ਦਾ ਪਹਿਲਾ ਨਿਯਮ ਹੈ ਜਿਹਨੂੰ ਅਸੀਂ ਜੜਤਾ ਦਾ ਨਿਯਮ ਵੀ ਕਹਿੰਦੇ ਹਾਂ। ਦੂਸਰਾ ਹੁਣ ਆਪਣੇ ਕੋਲ ਜਿਹੜਾ ਗਤੀ ਦਾ ਦੂਸਰਾ ਨਿਯਮ ਹੈ ਉਹ ਆਪਣੇ ਕੋਲ ਇਹ ਕਹਿੰਦਾ ਹੈ ਕਿ ਜਦ ਅਸੀਂ ਕਿਸੇ ਵਸਤੂ ਦੇ ਉੱਤੇ ਬਲ ਲਗਾਉਂਦੇ ਹਾਂ ਤਾਂ ਉਹ ਵਸਤੂ ਜਿਹੜੀ ਉਹ ਵੇਗ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਉਹ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸੋ ਜਦੋਂ ਅਸੀਂ ਵਸਤੂ ਦੇ ਉੱਤੇ ਕੋਈ ਬਲ ਲਗਾਉਂਦੇ ਹਾਂ ਤਾਂ ਉਹ ਅਸੰਤੁਲਿਤ ਬਲ ਲਗਾਉਂਦੇ ਹਾਂ ਤਾਂ ਉਹ ਵੇਗਿਤ ਹੋ ਜਾਂਦੀ ਹੈ, ਮਤਲਬ ਪ੍ਰਵੇਗ ਦੇ ਵਿੱਚ ਆ ਜਾਂਦੀ ਹੈ, ਉਸਦੇ ਉੱਤੇ ਜਿਹੜਾ ਹੈ ਉਹਦੇ ਵਿੱਚ ਗਤੀ ਆ ਜਾਂਦੀ ਹੈ। ਤਾਂ ਉਹਦੀ ਗਤੀ ਜਿਹੜੀ ਹੈ ਜੇ ਜ਼ਿਆਦਾ ਬਲ ਲਗਾਵਾਂਗੇ ਉਹਦੇ ਵਿੱਚ ਗਤੀ ਜ਼ਿਆਦਾ ਆਏਗੀ, ਜੇ ਘੱਟ ਬਲ ਲਗਾਵਾਂਗੇ ਤਾਂ ਉਹਦੇ ਵਿੱਚ ਜਿਹੜਾ ਹੈ ਘੱਟ ਜਿਹੜੀ ਹੈ ਉਹ ਗਤੀ ਕਰੇਗੀ। ਹੁਣ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਬੇਟਾ ਫੋਰਸ ਲਗਾਉਂਦੇ ਹਾਂ ਤਾਂ ਜਿਹੜੀ ਫੋਰਸ ਹੁੰਦੀ ਹੈ, ਆਪਾਂ ਐਗਜ਼ਾਮਪਲ ਅਗਰ ਲਈਏ ਤਾਂ ਜੇ ਮੰਨ ਲਓ ਆਪਣੇ ਕੋਲ ਇੱਕ ਟੈਨਿਸ ਦੀ ਬਾਲ ਹੈ ਤੇ ਇੱਕ ਕ੍ਰਿਕਟ ਦੀ ਬਾਲ ਹੈ। ਠੀਕ ਹੈ ਜੀ, ਦੋਨਾਂ ਨੂੰ ਅਸੀਂ ਇੱਕ ਸਮਾਨ ਗਤੀ ਦੇ ਨਾਲ ਛੱਡਦੇ ਹਾਂ ਤਾਂ ਜਿਹੜਾ ਬਲ ਲੱਗਦਾ ਸਾਨੂੰ ਚੋਟ ਕਿਹਦੇ ਨਾਲ ਜ਼ਿਆਦਾ ਲੱਗੇਗੀ, ਟੈਨਿਸ ਦੀ ਬਾਲ ਨਾਲ ਜ਼ਿਆਦਾ ਲੱਗੇਗੀ ਕਿ ਕ੍ਰਿਕਟ ਦੀ ਬਾਲ ਨਾਲ ਜ਼ਿਆਦਾ ਲੱਗੇਗੀ। ਸੋ ਇੱਕ ਸਮਾਨ ਗਤੀ ਹੈ
तो ਇਹਦਾ मतलब ਕੀ ਹੈ ਕਿ ਸਾਨੂੰ ਜਿਹੜਾ ਚੋਟ ਲੱਗਦੀ ਹੈ ਸਾਨੂੰ ਜ਼ਿਆਦਾ ਉਹ ਕਿਹਦੇ ਨਾਲ ਜ਼ਿਆਦਾ ਲੱਗਦੀ ਹੈ ਕ੍ਰਿਕਟ ਦੀ ਬਾਲ ਨਾਲ ਠੀਕ ਹੈ ਕਿਉਂ ਕਿਉਂਕਿ ਜਿਹੜੀ ਕ੍ਰਿਕਟ ਦੀ ਬਾਲ ਹੈ ਉਹ ਹੈਵੀ ਹੈ ਮਾਸ ਉਹਦਾ ਜਿਹੜਾ ਹੈ ਉਹ ਜ਼ਿਆਦਾ ਹੈ ਇਹਦਾ ਮਤਲਬ ਬਲ ਕਦੋਂ ਜ਼ਿਆਦਾ ਸਾਨੂੰ ਲੱਗਦਾ ਹੈ ਜਦੋਂ ਕਿਸੇ ਵਸਤੂ ਦਾ ਮਾਸ ਜ਼ਿਆਦਾ ਹੁੰਦਾ ਮਤਲਬ ਉਹਦਾ ਪੁੰਜ ਜ਼ਿਆਦਾ ਹੁੰਦਾ ਠੀਕ ਹੈ ਮਾਸ ਮਤਲਬ ਪੁੰਜ ਉਹਦਾ ਜਿਹੜਾ ਪੁੰਜ ਹੈ ਉਹ ਜ਼ਿਆਦਾ ਹੁੰਦਾ ਤਦ ਉਸਦੇ ਨਾਲ ਜਿਹੜੀ ਫੋਰਸ ਹੈ ਬਲ ਹੈ ਉਹ ਜ਼ਿਆਦਾ ਹੁੰਦਾ ਇੱਕ ਹੋਰ ਐਗਜ਼ਾਮਪਲ ਲਈਏ ਮੰਨ ਲਓ ਆਪਣੇ ਕੋਲ ਟਰੱਕ ਜਾ ਰਿਹਾ ਟਰੱਕ ਅਗਰ ਖੜਾ ਹੈ ਤਾਂ ਉਹਦੇ ਨਾਲ ਕਿਸੇ ਵਿਅਕਤੀ ਨੂੰ ਚੋਟ ਨਹੀਂ ਲੱਗ ਸਕਦੀ ਬਟ ਉਹੀ ਟਰੱਕ ਅਗਰ ਬਹੁਤ ਥੋੜੇ ਵੇਗ ਨਾਲ ਜਾ ਰਿਹਾ ਬਹੁਤ ਥੋੜੇ ਹੀ ਵੇਗ ਨਾਲ ਜਾ ਰਿਹਾ ਤਾਂ ਉਹਦੇ ਨਾਲ ਜਿਹੜੀ ਕਿਸੇ ਵਸਤੂ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਮੌਤ ਦਾ ਸ਼ਿਕਾਰ ਹੋ ਸਕਦਾ ਕਿਉਂ ਕਿਉਂਕਿ ਉਹਦੇ ਉੱਤੇ ਜਿਹੜਾ ਹੈ ਉਹ ਬਲ ਜ਼ਿਆਦਾ ਲੱਗ ਰਿਹਾ ਕਿਉਂਕਿ ਉਹ ਵੇਗਿਤ ਅਵਸਥਾ ਦੇ ਵਿੱਚ ਹੈ ਇੱਕ ਵਿਰਾਮ ਅਵਸਥਾ ਵਿੱਚ ਹੈ ਇੱਕ ਵੇਗਿਤ ਅਵਸਥਾ ਵਿੱਚ ਇਹਦਾ ਮਤਲਬ ਬਲ ਜਿਹੜਾ ਹੈ ਉਹ ਵੇਗ ਦੇ ਉੱਤੇ ਵੀ ਨਿਰਭਰ ਕਰ ਰਿਹਾ ਕੋਈ ਵੀ ਵਸਤੂ ਅਗਰ ਕੋਈ ਬਲ ਲਗਾਉਂਦੀ ਹੈ ਤਾਂ ਉਹ ਪੁੰਜ ਤੇ ਵੀ ਨਿਰਭਰ ਕਰ ਰਿਹਾ ਤੇ ਉਹ ਉਹਦੇ ਵੇਗ ਦੇ ਉੱਤੇ ਵੀ ਨਿਰਭਰ ਕਰ ਰਿਹਾ ਠੀਕ ਹੈ ਜੀ ਇਹ ਆਪਾਂ ਦੋ ਵੱਖਰੀਆਂ ਐਗਜ਼ਾਮਪਲਸ ਤੋਂ ਜਿਹੜਾ ਹੈ ਉਹ ਸਮਝਿਆ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਐਗਜ਼ਾਮਪਲਸ ਲੈ ਸਕਦੇ ਹੋ ਜੇ ਤੁਸੀਂ ਹੌਲੀ ਚੱਲ ਰਹੇ ਹੋ ਤੇ ਹੌਲੀ ਚੱਲਦੇ ਹੋਏ ਕਿਸੇ ਚੀਜ਼ ਨਾਲ ਟਕਰਾਉਂਦੇ ਹੋ ਤਾਂ ਤੁਹਾਨੂੰ ਚੋਟ ਘੱਟ ਲੱਗਦੀ ਹੈ ਜੇ ਭੱਜਦੇ ਹੋਏ ਤੁਸੀਂ ਮੰਨ ਲਓ ਸਕੂਲ ਦੇ ਵਿੱਚ ਹੀ ਤੁਸੀਂ ਭੱਜ ਰਹੇ ਹੋ ਤੇ ਭੱਜਦੇ ਤੁਸੀਂ ਕਿਸੇ ਨਾਲ ਟਕਰਾ ਜਾਂਦੇ ਹੋ ਤਾਂ ਤੁਹਾਨੂੰ ਚੋਟ ਬਹੁਤ ਜ਼ਿਆਦਾ ਲੱਗਦੀ ਹੈ ਠੀਕ ਹੈ ਉਹ ਕਿਉਂ ਕਿਉਂਕਿ ਤੁਸੀਂ ਵੇਗ ਦੇ ਵਿੱਚ ਹੁੰਦੇ ਹੋ ਇਹਦਾ ਮਤਲਬ ਜਿਹੜਾ ਬਲ ਹੈ ਉਹ ਪੁੰਜ ਤੇ ਵੀ ਨਿਰਭਰ ਕਰਦਾ ਹੈ ਤੇ ਉਹ ਜਿਹੜਾ ਹੈ ਉਹ ਵੇਗ ਤੇ ਵੀ ਨਿਰਭਰ ਕਰਦਾ ਫੋਰ ਐਗਜ਼ਾਮਪਲ ਅਸੀਂ ਕਿਸੇ ਨੂੰ ਛੋਟਾ ਜਿਹਾ ਚੌਕ ਮਾਰਦੇ ਹਾਂ ਤਾਂ ਉਹ ਜਿਹੜਾ ਹੈ ਉਹਦੇ ਉੱਤੇ ਉਹਨੂੰ ਸੱਟ ਘੱਟ ਲੱਗੇਗੀ ਬਟ ਜੇ ਅਸੀਂ ਇੱਟ ਚੱਕ ਕੇ ਮਾਰੀਏ ਤਾਂ ਉਹਦੇ ਉੱਤੇ ਉਹਨੂੰ ਚੋਟ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ ਕਿਉਂ ਕਿਉਂਕਿ ਉਸ ਵਸਤੂ ਦਾ ਜਿਹੜਾ ਪੁੰਜ ਹੈ ਉਹ ਜ਼ਿਆਦਾ ਠੀਕ ਹੈ ਜੀ ਸੋ ਇਹਦਾ ਮਤਲਬ ਜੋ ਬਲ ਹੁੰਦਾ ਹੈ ਉਹ ਪੁੰਜ ਤੇ ਵੇਗ ਦੋਨਾਂ ਦੇ ਉੱਤੇ ਨਿਰਭਰ ਕਰ ਰਿਹਾ ਸੋ ਇਹਦਾ ਮਤਲਬ ਕਿ ਜਿਹੜਾ ਕੋਈ ਕਿਸੇ ਵਸਤੂ ਦੇ ਉੱਤੇ ਬਲ ਇਹਦਾ ਮਤਲਬ ਇੱਕ ਨਵੀਂ ਆਪਣੇ ਕੋਲ ਪਰਿਭਾਸ਼ਾ ਹੋਣੀ ਚਾਹੀਦੀ ਹੈ ਕੋਈ ਐਸੀ ਟਰਮ ਹੋਣੀ ਚਾਹੀਦੀ ਹੈ ਨਵੀਂ ਜਿਹੜੀ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਦਰਸਾਏ ਕਿ ਬਲ ਜਿਹੜਾ ਕਿਸ ਤੇ ਨਿਰਭਰ ਕਰਦਾ ਹੈ ਸੋ ਇਹਦੇ ਲਈ ਅਸੀਂ ਇੱਕ ਨਵੀਂ ਟਰਮ ਲੈ ਕੇ ਆਏ ਜਿਹੜੀ ਸੰਵੇਗ ਇਹਨੂੰ ਅਸੀਂ ਮੋਮੈਂਟਮ ਵੀ ਕਹਿੰਦੇ ਆ ਬੇਟਾ ਮੋਮੈਂਟਮ ਇਹਦਾ ਸਿੰਬਲ ਹੁੰਦਾ ਹੈ P ਔਰ ਇਹ ਹੁੰਦਾ ਹੈ ਮਾਸ ਇਨਟੂ ਵੈਲੋਸਿਟੀ ਪੁੰਜ ਅਤੇ ਵੇਗ ਪੁੰਜ ਗੁਣਾ ਵੇਗ ਕਿਉਂਕਿ ਪੁੰਜ ਤੇ ਵੀ ਨਿਰਭਰ ਕਰ ਰਿਹਾ ਤੇ ਵੇਗ ਦੇ ਉੱਤੇ ਵੀ ਨਿਰਭਰ ਕਰ ਰਿਹਾ ਸੋ ਵਸਤੂ ਦਾ ਸੰਵੇਗ ਜਿਹੜਾ ਹੈ ਉਹ ਪੁੰਜ ਅਤੇ ਵੇਗ ਦੋਨਾਂ ਦੇ ਉੱਤੇ ਨਿਰਭਰ ਕਰ ਰਿਹਾ ਉਹਦੀ ਸਟਰੈਂਥ ਸੰਵੇਗ ਇੱਕ ਤਰ੍ਹਾਂ ਦੀ ਸਟਰੈਂਥ ਹੋ ਗਈ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਸਟਰੈਂਥ ਜਾਂ ਕਿਸੇ ਵਸਤੂ ਨੂੰ ਰੋਕਣ ਲਈ ਜਾਂ ਚਲਾਉਣ ਲਈ ਕਿੰਨਾ ਜ਼ੋਰ ਲੱਗ ਰਿਹਾ ਉਹ ਆਪਣੇ ਕੋਲ ਸੰਵੇਗ ਹੋ ਗਿਆ ਉਹ ਪੁੰਜ ਤੇ ਵੀ ਨਿਰਭਰ ਕਰਦਾ ਹੈ ਕਿਸੇ ਚੀਜ਼ ਦਾ ਪੁੰਜ ਜੇ ਜ਼ਿਆਦਾ ਹੋਏਗਾ ਤਾਂ ਉਹਦਾ ਸੰਵੇਗ ਜਿਹੜਾ ਹੈ ਉਹ ਜ਼ਿਆਦਾ ਹੋਏਗਾ ਠੀਕ ਹੈ ਜਿਵੇਂ ਕਿ ਅਸੀਂ ਐਗਜ਼ਾਮਪਲ ਲੈ ਲਈ ਇੱਕ ਕ੍ਰਿਕਟ ਦੀ ਬਾਲ ਇੱਕ ਟੈਨਿਸ ਦੀ ਬਾਲ ਜੇ ਸੇਮ ਵੇਗ ਨਾਲ ਚੱਲ ਤੇ ਇੱਕ ਵੇਗ ਅਸੀਂ ਟਰੱਕ ਵਾਲੀ ਐਗਜ਼ਾਮਪਲ ਲੈ ਲਈ ਕਿ ਜੇ ਵੇਗ ਜ਼ਿਆਦਾ ਹੈ ਤਾਂ ਸੰਵੇਗ ਜ਼ਿਆਦਾ ਹੋਏਗਾ ਵੇਗ ਜਿਵੇਂ ਮਤਲਬ ਜੇ ਟਰੱਕ ਰੁਕਿਆ ਹੋਇਆ ਤਾਂ ਉਹਦਾ ਸੰਵੇਗ ਘੱਟ ਹੋਏਗਾ 0 ਹੋਏਗਾ ਜੇ ਟਰੱਕ ਚੱਲ ਰਿਹਾ ਤਾਂ ਉਹਦਾ ਸੰਵੇਗ ਜ਼ਿਆਦਾ ਹੋਏਗਾ ਉਹਦੇ ਨਾਲ ਚੋਟ ਜ਼ਿਆਦਾ ਲੱਗੇਗੀ ਠੀਕ ਹੈ ਤਾਂ ਵਸਤੂ ਦਾ ਜਿਹੜਾ ਬਲ ਜਿਹਦੇ ਉੱਤੇ ਬਲ ਲੱਗ ਰਿਹਾ ਜਾਂ ਸਟਰੈਂਥ ਜਿਹੜੀ ਲੱਗ ਰਹੀ ਹੈ ਉਹ ਜਿਹੜਾ ਹੈ ਉਹ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਉਹ ਨਿਰਭਰ ਕਰਦਾ ਇਹ ਜੇ ਆਪਾਂ ਬਲ ਦੀ ਗੱਲ ਕਰੀਏ ਤਾਂ ਬਲ ਸਿਰਫ ਸੰਵੇਗ ਦੇ ਉੱਤੇ ਇਕੱਲੀ ਮਾਸ ਪੁੰਜ ਤੇ ਵੇਗ ਦੇ ਉੱਤੇ ਹੀ ਨਿਰਭਰ ਨਹੀਂ ਕਰਦਾ ਇਹਦੇ ਵਿੱਚ ਇੱਕ ਹੋਰ ਟਰਮ ਵੀ ਆਉਂਦੀ ਹੈ ਕਿਉਂਕਿ ਦੇਖੀਏ ਜੇ ਅਸੀਂ ਐਗਜ਼ਾਮਪਲ ਲਈਏ ਕਿ ਜਿਹੜੀ ਕਾਰ ਹੈ ਮੰਨ ਲਓ ਸਪੋਜ਼ ਆਪਾਂ ਕਾਰ ਖਰਾਬ ਹੋ ਗਈ ਚੱਲ ਨਹੀਂ ਰਹੀ ਸਟਾਰਟ ਨਹੀਂ ਹੋ ਰਹੀ ਅਸੀਂ ਉਹਨੂੰ ਧੱਕਾ ਦੇ ਰਹੇ ਹਾਂ ਤਾਂ ਜੇ ਅਸੀਂ ਥੋੜਾ ਧੱਕਾ ਦਿੰਦੇ ਹਾਂ ਇੱਕ ਦੋ ਬੰਦੇ ਧੱਕਾ ਦੇ ਰਹੇ ਹਾਂ ਉਹਨੂੰ ਤਾਂ ਉਸਨੇ ਜਿਹੜਾ ਹੈ ਉਹ ਸੰਵੇਗਿਤ ਉਸਨੇ ਜਿਹੜਾ ਹੈ ਆਪਣਾ ਉਹਦੇ ਉੱਤੇ ਜਿਹੜਾ ਹੈ ਜਲਦੀ ਸਟਾਰਟ ਨਹੀਂ ਹੁੰਦੀ ਬਟ ਜੇ ਅਸੀਂ ਕਾਫੀ ਸਮੇਂ ਤੱਕ ਉਹਨੂੰ ਧੱਕਾ ਦਿੰਦੇ ਰਹਿੰਦੇ ਹਾਂ ਤਾਂ ਉਹ ਕਾਰ ਜਿਹੜੀ ਹੈ ਸਟਾਰਟ ਹੋ ਜਾਂਦੀ ਹੈ ਉਹਦੇ ਉੱਤੇ ਬਲ ਜ਼ਿਆਦਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਬਲ ਹੈ ਉਹ ਸੰਵੇਗ ਦੀ ਕਿੰਨੀ ਉਹਨੇ ਜਿਹੜਾ ਹੈ ਚੇਂਜ ਆਇਆ ਉਹਦੇ ਵਿੱਚ ਕਿੰਨਾ ਜਿਹੜਾ ਪਰਿਵਰਤਨ ਆਇਆ ਹੈ ਉਹਦੇ ਉੱਤੇ ਡਿਪੈਂਡ ਕਰਦਾ ਉਹਦੀ ਦਰ ਤੇ ਡਿਪੈਂਡ ਕਰ ਰਿਹਾ ਸੰਵੇਗ ਦੇ ਬਦਲਣ ਦੀ ਦਰ ਦੇ ਉੱਤੇ ਜਿਹੜਾ ਹੈ ਫੋਰਸ ਜਿਹੜਾ ਹੈ ਉਹ ਨਿਰਭਰ ਕਰਦਾ ਹੈ ਟਾਈਮ ਪੀਰੀਅਡ ਦੇ ਉੱਤੇ ਜਿਹੜਾ ਹੈ ਉਹ ਨਿਰਭਰ ਕਰਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬਲ ਹੈ ਮਤਲਬ ਫੋਰਸ ਹੈ ਜਿਹੜੀ ਠੀਕ ਹੈ ਬਲ ਜਿਹੜਾ ਹੈ
ਜਿਹਨੂੰ ਅਸੀਂ ਫੋਰਸ ਕਹਿੰਦੇ ਆ, ਉਹ ਵਸਤੂ ਦੇ ਪੁੰਜ ਦੇ ਪਰਿਵਰਤਨ ਦੇ ਉੱਤੇ, ਮੰਨ ਲਓ ਕਿਸੇ ਵਸਤੂ ਦਾ ਜਿਹੜਾ ਵੇਗ ਹੈ ਬੇਟਾ, ਠੀਕ ਹੈ ਜੀ, ਪਹਿਲਾ ਵੇਗ ਜਿਹੜਾ ਹੈ, ਮੰਨ ਲਓ ਮੁੱਢਲਾ ਵੇਗ ਜਿਹੜਾ ਹੈ, ਮੁੱਢਲਾ ਵੇਗ ਉਹ ਹੈ u, ਤੇ ਅੰਤਿਮ ਵੇਗ ਜਿਹੜਾ ਫਾਈਨਲ ਹੈ ਉਹ ਵੀ, ਮੰਨ ਲਓ ਕੋਈ ਵਸਤੂ ਰੁਕੀ ਹੋਈ ਹੈ ਤਾਂ ਉਹਦਾ ਮੁੱਢਲਾ ਵੇਗ ਹੋ ਗਿਆ u, ਮੰਨ ਲਓ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਹੈ ਤਾਂ ਉਹਦਾ ਅੰਤਿਮ ਵੇਗ ਹੋਗਾ v, ਠੀਕ ਹੈ ਜੀ। ਸੋ ਇਹਦੇ ਬਦਲਣ ਦੀ ਦਰ ਦੇ ਉੱਤੇ ਨਿਰਭਰ ਕਰਦਾ ਹੈ, ਮਤਲਬ ਪੁੰਜ ਕਿਉਂਕਿ ਵਸਤੂ ਦਾ ਬਦਲਦਾ ਨਹੀਂ ਹੈ, ਵੇਗ ਜਿਹੜਾ ਬਦਲੇਗਾ v ਮਾਈਨਸ u, ਇਹਦਾ ਕਿੰਨਾ ਪਰਿਵਰਤਨ ਆਇਆ ਉਹਦੀ ਦਰ ਤੇ, ਮਤਲਬ t, m ਫੋਰਸ ਜਿਹੜਾ ਹੈ ਉਹ ਉਹਨਾਂ ਦੇ ਪਰਿਵਰਤਨ ਦੀ ਦਰ ਦੇ ਉੱਤੇ ਨਿਰਭਰ ਕਰਦਾ ਹੈ। ਇਹ ਸਾਨੂੰ ਗਤੀ ਦਾ ਦੂਸਰਾ ਨਿਯਮ ਦੱਸਦਾ ਹੈ। ਸੋ ਅਸੀਂ ਐਗਜ਼ਾਮਪਲ ਤੋਂ ਇਸ ਨੂੰ ਵਰਤਨ ਕੀਤਾ ਕਿ ਜਿਹੜਾ ਵਸਤੂ ਦੇ ਉੱਤੇ, ਕਿਸੇ ਵੀ ਵਸਤੂ ਦੇ ਉੱਤੇ ਬਲ ਲੱਗ ਰਿਹਾ ਹੈ, ਉਹ ਉਸ ਦੇ ਮੋਮੈਂਟਮ ਨੂੰ, ਉਹਦੇ ਵੇਗ ਨੂੰ ਬਦਲੇਗਾ, ਉਹਦੀ ਬਦਲਣ ਦੀ ਦਰ ਦੇ ਉੱਤੇ ਜਿਹੜਾ ਹੈ ਨਿਰਭਰ ਕਰਦਾ। ਜਿੰਨੀ ਫੋਰਸ ਜ਼ਿਆਦਾ ਲਗਾਵਾਂਗੇ ਉਨਾ ਹੀ ਉਹਦੇ ਸੰਵੇਗ ਦੇ ਵਿੱਚ ਜ਼ਿਆਦਾ ਪਰਿਵਰਤਨ ਆਏਗਾ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨਾ ਜ਼ਿਆਦਾ ਸੰਵੇਗ ਦੇ ਵਿੱਚ ਪਰਿਵਰਤਨ ਆਏਗਾ ਉਨਾ ਹੀ ਜ਼ਿਆਦਾ ਬਲ ਜਿਹੜਾ ਹੈ ਵਸਤੂ ਦੇ ਉੱਤੇ ਲੱਗੇਗਾ, ਠੀਕ ਹੈ। ਤਾਂ ਇਸ ਤੋਂ ਆਪਣੇ ਕੋਲ ਬਣ ਗਿਆ ਗਤੀ ਦਾ ਦੂਸਰਾ ਨਿਯਮ। ਗਤੀ ਦਾ ਦੂਸਰਾ ਨਿਯਮ ਕਹਿੰਦਾ ਹੈ ਕਿ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਵਸਤੂ ਉੱਤੇ ਲਗਾਏ ਗਏ ਅਸੰਤੁਲਿਤ ਬਲ ਉੱਤੇ ਨਿਰਭਰ ਕਰਦੀ ਹੈ। ਸੋ ਕਿਸੇ ਵਸਤੂ ਵਿੱਚ ਸੰਵੇਗ ਦੇ ਬਦਲਣ ਦੀ ਦਰ, ਮਤਲਬ ਕਿੰਨੀ ਜਲਦੀ ਉਹ ਬਦਲਦਾ ਪਿਆ, ਸੰਵੇਗ ਦੇ ਬਦਲਣ ਦੀ ਦਰ ਉਸ ਉੱਤੇ ਲਗਾਏ ਗਏ ਅਸੰਤੁਲਿਤ ਬਲ ਉੱਤੇ ਨਿਰਭਰ ਕਰਦਾ ਹੈ। तो जिन्ना असी बल ज़्यादा लगावांगे उन्ना उहदे संवेग दे विच ज़्यादा परिवर्तन आएगा, जल्दी नाल परिवर्तन आएगा, ठीक है जी। फॉर एग्जाम्पल जिवें असी किक मारी बेटा, फुटबॉल नूं असी किक मारते हैं, जे असी बहुत घट टाइम पीरियड दे विच उहनूं किक मार देंगे तो वो ज़्यादा दूर तक जाएगी। जे असी इत्थों पैर मतलब पैर नूं ले जाके हौली हौली किक लगाने हैं तो की है कि वो किक बहुत ही दूर नहीं जाएगी। तो किक नूं मारन लई असी की करते हैं, असी बहुत तेज़ी नाल उहदे उत्ते जिहड़ी है हिट करते हैं तो उसका टाइम पीरियड असी घटा देते हैं, जिहदे नाल जे टाइम पीरियड घट गया तो बल बच जाएगा, ठीक है जी। सो इस तरह की तुसीं कई एग्जाम्पल्स जिहड़ियां लै सकदे हो, जिवें कि कार है, कार दे विच तुसीं देखिया होना कि एयर बैग्स लगे होंदे हैं। सो एयर बैग का की मतलब है, एयर बैग जो खुलते हैं, मान लो कोई एक्सीडेंट हो जाता, सो उसका कितना प्रवेग जिहड़ा परिवर्तित होएगा, बल कितना लगेगा, वो उस एयर बैग के उत्ते डिपेंड करेगा। एयर बैग जो खुलता है तो ਉਹਦੇ ਨਾਲ ਕੀ ਹੁੰਦਾ ਕਿ ਉਹਨੂੰ ਕੁਸ਼ਨ ਬਣ ਜਾਂਦਾ ਉਹ ਇੱਕ ਤਰ੍ਹਾਂ ਦਾ, ਤਾਂ ਉਹ ਕੀ ਕਰਦਾ ਉਹਦਾ ਟਾਈਮ ਪੀਰੀਅਡ ਵਧਾ ਦਿੰਦਾ, ਪਰ ਸੰਵੇਗ ਦੇ ਬਦਲਣ ਦੀ ਦਰ ਦਾ ਟਾਈਮ ਪੀਰੀਅਡ ਵਧਾ ਦੇਗਾ, ਠੀਕ ਹੈ ਜੀ। ਸੋ ਉਹ ਜਿੰਨੇ ਉਹਨੂੰ ਹੀਟ ਕਰਨਾ ਚਾਹੀਦਾ ਸਿੱਧੇ ਜਾ ਕੇ ਉਹਨੇ ਸਟੀਅਰਿੰਗ ਤੇ ਚੱਲਣਾ, ਔਰ ਅਦਰਵਾਈਜ਼ ਉਹ ਸਟੀਅਰਿੰਗ ਦੇ ਉੱਤੇ ਬੈਲੂਨ ਲੱਗ ਜਾਏਗਾ ਤਾਂ ਉਹਦੇ ਜਿਹੜਾ ਇੰਪੈਕਟ ਆ ਉਹ ਘਟ ਜਾਏਗਾ। ਟਾਈਮ ਪੀਰੀਅਡ ਜਿਹੜਾ ਹੈ ਉਹ ਅਗਰ ਵੱਧ ਗਿਆ ਤਾਂ ਬਲ ਜਿਹੜਾ ਹੈ ਉਹ ਘਟ ਲੱਗੇਗਾ, ਤਾਂ ਚੋਟ ਜਿਹੜੀ ਆ ਘਟ ਲੱਗੇਗੀ। ਇਹ 에ਅਰ ਬੈਗ ਦਾ ਹੁੰਦਾ, ਇਹ 에ਅਰ ਬੈਗ ਜਿਹੜਾ ਹੈ ਦੂਸਰੇ ਲਾਅ ਦੇ ਉੱਤੇ ਡਿਪੈਂਡ ਕਰਦਾ। ਅਸੀਂ ਟਾਈਮ ਪੀਰੀਅਡ ਵਧਾ ਦਾਂਗੇ ਤਾਂ ਬਲ ਜਿਹੜਾ ਹੈ ਉਹ ਘਟ ਜਾਏਗਾ, ਠੀਕ ਹੈ। ਇਸੇ ਤਰ੍ਹਾਂ ਅਸੀਂ ਜਿਹੜੀ ਲੌਂਗ ਜੰਪ ਲਗਾਉਂਦੇ ਹਾਂ ਉਹਦੇ ਨੀਚੇ ਜਦੋਂ ਹਾਈ ਜੰਪ ਲਗਾਉਂਦੇ ਹਾਂ, ਹਾਈ ਜੰਪ ਜਦੋਂ ਲਗਾਉਂਦੇ ਹਾਂ ਨੀਚੇ ਕੁਸ਼ਨਸ ਵਗੈਰਾ ਰੱਖਦੇ ਹਾਂ ਜਾਂ ਮਿੱਟੀ ਜਿਹੜੀ ਆ ਪੋਲੀ ਕਰਦੇ ਹਾਂ ਉੱਥੇ ਦੀ, ਕਿਉਂਕਿ ਅਸੀਂ ਕਹਿੰਦੇ ਜਦੋਂ ਨੀਚੇ ਗਿਰੇ ਤਾਂ ਉਹਦਾ ਟਾਈਮ ਪੀਰੀਅਡ ਜਿਹੜਾ ਹੈ ਇੰਪੈਕਟ ਜਿਹੜਾ ਹੈ ਉਹ ਘਟ ਜਾਏ। तो जो टाइम पीरियड घट जाएगा तो वो की हो जाएगा, ਉਹਦੇ ਤੇ बल ਜਿਹੜਾ है घट लगेगा। लॉट्स ऑफ एग्जाम्पल ਤੁਸੀਂ ਜਿਹੜਾ है सपोज एग ले लिया, एग ਨੂੰ ਤੁਸੀਂ ਇੱਦਾਂ नीचे सुट दोगे तो की हो जाएगा, ਉਹਦਾ टाइम पीरियड घट होने फटाफट जाके नीचे टकराना तो वो टुट जाएगा। बट जे ਤੁਸੀਂ एग ਨੂੰ ਕਿਸੇ कुशन ਦੇ ਉੱਤੇ ਸੁੱਟ ਦਿੰਦੇ ਹੋ तो वो टुटदा नहीं है, क्यों? क्योंकि ਉਹਦਾ टाइम पीरियड ਜਿਹੜਾ है वो बच ਜਾਂਦਾ, ठीक है, क्योंकि ਉਹਨੇ कुशन ने ਉਹਨੂੰ ਕੰਪਰੈਸ ਹੋਣ ਲਈ टाइम कर देगा। इस तरह तुसी क्रिकेटर्स को देखा होना, बहुत बच्चों को क्रिकेट खेलने का शौक है, तो जो तुसी क्रिकेटर्स को देखा होना बेटा, तो क्रिकेटर्स जोड़े हैं वो की करते हैं कि जो कैच आता तो वो कैच को जिदा मान लो कैच आ गया वो सीधे पकड़ लेंगे तो की हो जाएगा, उन्होंने उत्ते टाइम पीरियड जोड़ा है वो ज़्यादा होएगा तो हिट ज़्यादा करेगा, उन्होंने जो हाथ है उन्होंने उत्ते बल जो ज़्यादा लगेगा। तुसी देखो ना क्रिकेटर ऐदा करते हैं, ठीक है जी। सो वो की करते हैं टाइम पीरियड को इनक्रीज़ करते हैं, जिन्ना टाइम पीरियड इनक्रीज करेगा वो दूर
लेके जाते हैं, इदा करके कैच करते हैं या इदा कैच करते हैं। सो वो जिन्ना टाइम पीरियड ਵਧੇਗਾ ਉਹਦੇ ਨਾਲ ਕੀ ਹੋਏਗਾ, ਜਿਹੜਾ ਬਲ ਉਸ 'ਤੇ ਜਿਹੜੀ ਹਿੱਟ ਕਰਨਾ ਉਹਨੇ ਬੋਲ ਨੇ ਆ ਕੇ ਹੱਥ ਦੇ ਉੱਤੇ ਉਹ ਘਟ ਜਾਏਗਾ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਹੈ ਸਾਡੀ ਡੇਲੀ ਲਾਈਫ ਦੇ ਵਿੱਚ ਜਿਹੜੀ ਅਸੀਂ ਕੋਈ ਸਮਾਨ ਪੈਕ ਕਰਦੇ ਹਾਂ ਤਾਂ ਉਹਦੇ ਉੱਤੇ ਵਿੱਚ ਕੁਸ਼ਨਸ ਲਗਾਉਂਦੇ, ਤੁਸੀਂ ਦੇਖੋ ਬਬਲਸ ਵਾਲੇ ਰੈਪਰਸ ਆਉਂਦੇ ਆ ਉਹ ਲਗਾਏ ਹੁੰਦੇ ਆ, ਜਾਂ ਉਹਨਾਂ ਨੇ ਜਿਹੜਾ ਹੈ ਉਹ ਕਾਗਜ਼ ਰੱਖੇ ਹੁੰਦੇ ਆ। ਸੋ ਕੀ ਕਰੇ ਟਾਈਮ ਪੀਰੀਅਡ ਜੋ ਝਟਕਾ ਲੱਗਦਾ ਹੈ ਤਾਂ ਬਲ ਬਹੁਤਾ ਜ਼ਿਆਦਾ ਨਾ ਲੱਗੇ ਉਹਦੇ ਉੱਤੇ, ਤਾਂ ਉਹਦਾ ਟਾਈਮ ਪੀਰੀਅਡ ਜਿਹੜਾ ਹੈ ਉਹ ਇਨਕਰੀਜ਼ ਕਰ ਦਿੰਦੇ ਆ। ਸੋ ਜਿੰਨਾ ਟਾਈਮ ਪੀਰੀਅਡ ਵਧੇਗਾ ਉਨਾ ਬਲ ਘਟੇਗਾ। ਜੇ ਅਸੀਂ ਕਿਸੇ ਦਾ ਟਾਈਮ ਪੀਰੀਅਡ ਘਟਾ ਦਈਏ ਤਾਂ ਬਲ ਵੱਧ ਜਾਊਗਾ, ਜੇ ਟਾਈਮ ਪੀਰੀਅਡ ਵਧਾ ਦਿੰਦੇ ਆ ਤਾਂ ਬਲ ਘਟ ਜਾਣਾ। ਸੋ ਜਿੱਥੇ ਸਾਨੂੰ ਬਲ ਘੱਟ ਚਾਹੀਦਾ ਉੱਥੇ ਟਾਈਮ ਪੀਰੀਅਡ ਜਿਹੜਾ ਹੈ ਉਹ ਜਿੱਥੇ ਸਾਨੂੰ ਬਲ ਜਿਹੜਾ ਘੱਟ ਚਾਹੀਦਾ ਉੱਥੇ ਟਾਈਮ ਪੀਰੀਅਡ ਵਧਾ ਦਿਓ, ਜਿੱਥੇ ਸਾਨੂੰ ਬਲ ਜ਼ਿਆਦਾ ਚਾਹੀਦਾ ਉੱਥੇ ਟਾਈਮ ਪੀਰੀਅਡ ਘਟਾ ਦਿਓ। ਲਾਈਕ ਫॉर एग्जांपल ਜੇ ਅਸੀਂ ਹੁਣ ਕ੍ਰਿਕਟ ਖੇਡ ਰਹੇ ਹਾਂ ਤਾਂ ਸਾਨੂੰ ਅਸੀਂ ਚਾਹੁੰਦੇ ਕਿ ਦੂਰ ਤੱਕ ਜਾਏ ਤਾਂ ਉਹ ਫਟਾਫਟ ਤੁਸੀਂ ਦੇਖੋ ਨਾ ਕਿ ਜਿਹੜੇ ਬੈਟਸਮੈਨ ਹੁੰਦੇ ਆ ਉਹ ਅੱਗੇ ਹੋ ਕੇ ਸ਼ਾਟ ਮਾਰਦੇ ਆ, ਉਹ ਟਾਈਮ ਪੀਰੀਅਡ ਨੂੰ ਘਟਾ ਦਿੰਦੇ ਆ। ਜਿੰਨਾ ਟਾਈਮ ਪੀਰੀਅਡ ਘੱਟ ਹੋਏਗਾ ਬਾਲ ਦੂਰ ਜਾਏਗੀ। ਸੋ ਬਹੁਤ ਸਾਰੇ ਤੁਸੀਂ ਕ੍ਰਿਕਟਰਸ ਦੇਖੇ ਹੋਣੇ ਬੈਟਸਮੈਨ ਜਿਹੜੇ ਅੱਗੇ ਹੋ ਕੇ ਜਿਹੜਾ ਹਿੱਟ ਕਰਦੇ ਆ। ਸੋ ਇਹ ਜਿਹੜਾ ਹੈ ਉਹ ਆਪਣੇ ਕੋਲ ਡਿਪੈਂਡ ਕਰਦਾ। ਹੁਣ ਇਹ ਸਾਡੇ ਕੋਲ ਜਿਹੜਾ ਹੈ ਉਹ ਗਤੀ ਦਾ ਦੂਸਰਾ ਨਿਯਮ ਇਹ ਸਾਨੂੰ ਦੱਸ ਰਿਹਾ ਹੈ। ਗਤੀ ਦੇ ਦੂਸਰੇ ਨਿਯਮ ਤੋਂ ਪ੍ਰਭਾਸ਼ਿਤ ਹੁੰਦਾ ਹੈ ਕਿ ਕਿਸੇ ਵੀ ਵਸਤੂ ਦੇ ਉੱਤੇ ਜਿਹੜਾ ਬਲ ਹੈ ਉਹ ਸਿੱਧਾ ਅਨੁਪਾਤੀ ਹੁੰਦਾ ਕਿਸੇ ਉਹਦੇ ਸੰਵੇਗ ਦੇ ਬਦਲਣ ਦੀ ਦਰ ਦੇ ਉੱਤੇ ਜਿਹੜਾ ਹੈ ਉਹ ਨਿਰਭਰ ਕਰਦਾ ਹੈ। mv/t ਇਹਨੂੰ ਅਸੀਂ ਮਾਸ, ਇਹ ਜੇ ਤੁਸੀਂ ਫਾਰਮੂਲਾ ਦੇਖੋਗੇ ਸਰਲ ਰੇਖੀ ਸਮੀਕਰਨ, ਸੋ ਸਰਲ ਰੇਖੀ ਸਮੀਕਰਨ ਦੇ ਵਿੱਚ ਆਪਣੇ ਕੋਲ ਇਕੁਏਸ਼ਨ ਬਣਦੀ ਹੈ v = u + at, ਤੇ ਇਹ ਆ ਜਾਂਦਾ v - u = at, तो a आ जाएगा अपने को v - u/t। सो ਅਸੀਂ a ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ। ਸੋ a ਫੋਰਸ ਦਾ ਫਾਰਮੂਲਾ ਫੋਰਸ ਮਾਸ ਇਨਟੂ ਐਕਸਲਰੇਸ਼ਨ ਵੀ ਬਣ ਜਾਏਗਾ। ਠੀਕ ਹੈ ਜੀ। ਸੋ ਇਹ ਜਿਹੜਾ ਹੈ ਉਹ ਗਤੀ ਦਾ ਜਿਹੜਾ ਹੈ ਉਹ ਦੂਸਰਾ ਨਿਯਮ ਹੈ। ਹੁਣ ਆਪਣੇ ਕੋਲ ਜਿਹੜਾ ਹੈ ਬੇਟਾ ਜੇ ਅਸੀਂ ਦੇਖੀਏ ਗਤੀ ਦਾ ਜਿਹੜਾ ਹੈ ਉਹ ਤੀਸਰਾ ਨਿਯਮ, ਗਤੀ ਦਾ ਜਿਹੜਾ ਤੀਸਰਾ ਨਿਯਮ ਹੈ ਉਹ ਆਪਣੇ ਕੋਲ ਕੀ ਦੱਸਦਾ। ਸੋ ਗਤੀ ਦਾ ਜਿਹੜਾ ਤੀਸਰਾ ਨਿਯਮ ਹੈ ਉਹ ਆਪਣੇ ਕੋਲ ਇਹ ਦੱਸਦਾ ਹੈ ਕਿ ਕਿਸੇ ਵੀ ਵਸਤੂ ਉੱਤੇ ਜਿਹੜਾ ਬਲ ਲੱਗਦਾ ਹੈ, ਠੀਕ ਹੈ ਜੀ, ਹਰੇਕ ਕਿਰਿਆ ਵਿੱਚ ਇੱਕ ਸਮਾਨ ਜਿਹੜੀ ਹੈ ਕੋਈ ਵੀ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਵਿੱਚ ਹੁੰਦਾ। ਕੋਈ ਵੀ ਕਿਰਿਆ ਜਿਹੜੀ ਹੁੰਦੀ ਹੈ ਉਸ ਦੇ ਸਮਾਨ ਤੇ ਉਲਟ ਪ੍ਰਤੀਕਿਰਿਆ, ਟੂ ਐਵਰੀ ਐਕਸ਼ਨ देयर इज इक्वल एंड ऑपोजिट रिएक्शन। ठीक है, कोई भी किरिया ਅਸੀਂ ਕਰਦੇ ਹਾਂ ਤਾਂ ਜਿਹੜੀ ਕਿਰਿਆ ਹੋ ਰਹੀ ਹੈ ਉਹਦੇ ਉਲਟ ਜਿਹੜੀ ਪ੍ਰਤੀਕਿਰਿਆ ਹੋਣੀ ਹੈ ਉਹ ਬਰਾਬਰ ਹੁੰਦੀ ਹੈ ਤੇ ਜਿਹੜਾ ਹੈ ਉਹ ਉਲਟ ਦਿਸ਼ਾ ਵਿੱਚ ਹੋਏਗੀ। ਸੋ ਕਿਰਿਆ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਹਰੇਕ ਕਿਰਿਆ ਦੇ ਸਮਾਨ ਉਲਟ ਪ੍ਰਤੀਕਿਰਿਆ ਹੁੰਦੀ ਹੈ। ਟੂ ਐਵਰੀ ਐਕਸ਼ਨ देयर इज इक्वल एंड ऑपोजिट रिएक्शन। ਇਹ ਹੈ ਗਤੀ ਦਾ ਤੀਸਰਾ ਨਿਯਮ। ठीक है, इनू असी गति का जोड़ा है तीसरा नियम करने। इनू असी एग्जाम्पल्स लै सकते हैं बेटा। तुसी कभी देखा होना कि जो तुसी तीर कमान चलाने हो, ठीक है, और ये तो तुसी देखे होने जो दुसहरा आता है तो तुसी ਉਹਦੇ ਵਿੱਚ ਮਿਲਦੇ ਆ तीर कमान तो बच्चे लैके आते हैं। तो जो तुसी तीर कमान चलाए देखिया तो इदा तुसी पिछे कर दो तो जो छड़ दो तो तीर उल्ट दिशा में जाता है। या फिर सो बेटा ये जिहड़ी क्रिया है ये अपने कोल गति के तीसरे नियम नूं जिहड़ा है दर्शाती है कि हर एक क्रिया दे उलट एक प्रतिक्रिया हुंदी है। सो टू एवरी एक्शन देयर इज इक्वल एंड ऑपोजिट रिएक्शन। सो इस दे विच देखो तुसी हवा जिहड़ी है वो इस दिशा विच बाहर निकलेगी तो जिहड़ा साडा गुब्बारा है दे उलट जिहड़ी प्रतिक्रिया है इस दिशा दे विच जानी है। ठीक है जी, तो तुसी जिहड़ा है इसनूं वॉच कर सकते हो। सो ये गुब्बारा जिहड़ा है उल्ट दिशा दे विच जिहड़ा है वो चला गया। सो इस दे नाल आपां नूं पता चलता है कि जिहड़ा गति का तीसरा नियम है इहदे विच बहुत सारिया एग्जाम्पल्स होर भी हैं। लाइक तुसी जिहड़ा तैराक हुंदा जो तैरदा है तो पानी नूं पिछे करदा, ठीक है, वो क्रिया करदा तो उल्ट प्रतिक्रिया पानी इधर नूं जा रहा है
ਤੇ ਜਿਹੜਾ ਉਹਨੂੰ ਪੁੱਲ ਲੱਗਣੀ ਹੈ, ਉਹਨੂੰ ਜਿਹੜੀ ਬਲ ਲੱਗਣਾ ਉਹਦੀ ਉਲਟ ਦਿਸ਼ਾ ਵਿੱਚ ਲੱਗੇਗਾ, ਪ੍ਰਤੀਕਿਰਿਆ ਉਲਟ ਦਿਸ਼ਾ ਵਿੱਚ ਹੋਏਗੀ ਤਾਂ ਉਹ ਜਿਹੜਾ ਵਿਅਕਤੀ ਹੈ, ਸਵਿਮਰ ਹੈ, ਉਹ ਅੱਗੇ ਨੂੰ ਜਾਂਦਾ ਹੈ, ਤੈਰਾਕ ਜਿਹੜਾ ਹੈ ਉਹ ਅੱਗੇ ਨੂੰ ਜਾਏਗਾ। ਠੀਕ ਹੈ ਜੀ। ਉਸ ਤੋਂ ਇਲਾਵਾ ਤੁਸੀਂ ਗਨ ਦੀ ਐਗਜ਼ਾਮਪਲ ਲੈ ਸਕਦੇ ਹੋ। ਜਦੋਂ ਕੋਈ ਬੰਦਾ ਜਿਹੜਾ ਹੈ ਉਹ ਗਨ ਚਲਾਉਂਦਾ ਤਾਂ ਗਨ ਦੀ ਗੋਲੀ ਜਿਹੜੀ ਹੈ ਉਹ ਅੱਗੇ ਨੂੰ ਜਾਂਦੀ ਹੈ ਅਤੇ ਬੰਦੂਕ ਜਿਹੜੀ ਉਹ ਪਿੱਛੇ ਨੂੰ ਜਾਂਦੀ ਹੈ। ਇਸ ਲਈ ਜਦੋਂ ਟ੍ਰੇਨਿੰਗ ਹੁੰਦੀ ਹੈ, ਜਦੋਂ ਫੌਜ ਵਿੱਚ ਲੋਕ ਭਰਤੀ ਹੁੰਦੇ ਆ, ਜਦੋਂ ਟ੍ਰੇਨਿੰਗ ਹੁੰਦੀ ਹੈ ਤਾਂ ਉਹ ਮੋਢੇ ਨੂੰ ਜਿਹੜਾ ਉਹ ਸਟਿਫ ਰੱਖਣ ਲਈ ਬੋਲਦੇ ਆ, ਕਿਉਂਕਿ ਜੇ ਤੁਸੀਂ ਲੂਜ਼ ਰੱਖਿਆ ਹੋਏਗਾ, ਜਦੋਂ ਗੋਲੀ ਨਿਕਲੇਗੀ ਤਾਂ ਗੋਲੀ ਅੱਗੇ ਨੂੰ ਜਾਏਗੀ ਅਤੇ ਬੰਦੂਕ ਜਿਹੜੀ ਉਹ ਪਿੱਛੇ ਨੂੰ ਜਾਂਦੀ ਹੈ, ਤਾਂ ਜਦੋਂ ਪਿੱਛੇ ਨੂੰ ਜਾਂਦੀ ਹੈ ਤਾਂ ਝਟਕਾ ਲੱਗ ਸਕਦਾ। ਠੀਕ ਹੈ। ਸੋ ਜਿੰਨੀ ਤੇਜ਼ੀ ਨਾਲ ਗੋਲੀ ਨਿਕਲਦੀ ਹੈ ਉਨੀ ਤੇਜ਼ੀ ਨਾਲ ਸਾਡਾ ਮੋਢਾ ਜਿਹੜਾ ਉਹ ਪਿੱਛੇ ਨੂੰ ਜਾਂਦਾ। ਸੋ ਇਹ ਜਿਹੜਾ ਹੈ ਇਹ ਗਤੀ ਦੇ ਤੀਸਰੇ ਨਿਯਮ ਦੇ ਅਕੋਰਡਿੰਗਲੀ ਹੀ ਜਿਹੜਾ ਹੈ ਉਹ ਹੁੰਦਾ ਹੈ। ਸੋ ਇਸ ਦੇ ਨਾਲ ਹੀ ਆਪਾਂ ਬੇਟਾ ਜਿਹੜਾ ਹੈ ਉਹ ਇੱਕ ਟੌਪਿਕ, ਸੋ ਅੱਜ ਦਾ ਬੇਟਾ ਆਪਣਾ ਜਿਹੜਾ ਟੌਪਿਕ ਜਿਹੜਾ ਹੈ ਦੈਟ ਇਜ਼ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਸੰਵੇਗ ਦਾ ਸੁਰੱਖਿਅਤ ਨਿਯਮ ਹੈ। ਸੋ ਸੰਵੇਗ ਦਾ ਸੁਰੱਖਿਅਤ ਨਿਯਮ ਇਹ ਆਪਣੇ ਕੋਲ ਦੱਸਦਾ ਹੈ ਕਿ ਜਦ ਤੱਕ ਅਸੀਂ ਕਿਸੇ ਵਸਤੂ ਦੇ ਉੱਤੇ ਬਾਹਰੀ ਬਲ ਨਹੀਂ ਲਗਾਉਂਦੇ, ਠੀਕ ਹੈ, ਤਦ ਤੱਕ ਜਿਹੜਾ ਹੈ ਉਹਦਾ ਜਿਹੜਾ ਸੰਵੇਗ ਹੈ ਉਹ ਵੀ ਸੁਰੱਖਿਅਤ ਰਹਿੰਦਾ ਹੈ। ਮਤਲਬ ਇਹ ਜਿਹੜਾ ਸੁਰੱਖਿਅਤ ਨਿਯਮ ਹੈ ਇਹ ਬੇਟਾ ਐਪਲੀਕੇਬਲ ਤਦ ਹੋਏਗਾ ਜਦ ਕੋਈ ਸਿਸਟਮ ਆਈਸੋਲੇਟਿਡ ਹੋਏਗਾ। ਆਈਸੋਲੇਟਿਡ ਦਾ ਮਤਲਬ ਹੈ ਉਹਦੇ ਉੱਤੇ ਕੋਈ ਵੀ ਬਾਹਰੀ ਬਲ ਜਿਹੜਾ ਹੈ ਉਹ ਨਹੀਂ ਲੱਗ ਰਿਹਾ। ਕਿਸੇ ਵੀ ਵਸਤੂ ਦੇ ਉੱਤੇ ਅਗਰ ਕੋਈ ਬਾਹਰੀ ਬਲ ਨਹੀਂ ਲੱਗਦਾ ਤਦ ਤੱਕ ਉਹਦਾ ਸੰਵੇਗ ਜਿਹੜਾ ਹੈ ਉਹ ਸੁਰੱਖਿਅਤ ਰਹਿੰਦਾ। ਮਤਲਬ ਉਹਦਾ ਮੁੱਢਲਾ ਸੰਵੇਗ ਅਤੇ ਉਹਦਾ ਅੰਤਿਮ ਸੰਵੇਗ ਹਮੇਸ਼ਾ ਬਰਾਬਰ ਹੁੰਦਾ। ਤੋ ਇਸ ਨੂੰ ਅਸੀਂ ਸਿੱਧ ਕਰਨ ਲਈ ਜਿਹੜਾ ਹੈ ਉਹ ਅਸੀਂ ਦੋ ਬੋਲਸ ਲੈ ਲੈਂਦੇ ਹਾਂ, ਦੋ ਗੇਂਦ, ਤੋ ਉਹਨਾਂ ਦੇ ਨਾਲ ਉਹਦੇ ਟਕਰਾਅ ਦੇ ਵਿੱਚ ਅਸੀਂ ਇਹਨੂੰ ਦੇਖਦੇ ਹਾਂ। ਸੋ ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਜਿਹੜੀ ਹੈ ਉਹ ਬੋਲ ਹੈ, ਮੰਨ ਲਓ ਇਹ ਬੋਲ MA ਹੈ ਅਤੇ ਇਹਦਾ ਜਿਹੜਾ ਪੁੰਜ ਹੈ ਇਹ ਜਿਹੜੀ ਬੋਲ ਹੈ, ਗੇਂਦ ਹੈ, ਇਹਦਾ ਇਹ ਹੈ A ਬੋਲ ਅਤੇ ਇਹਦਾ ਮਾਸ ਜਿਹੜਾ ਹੈ MA, ਠੀਕ ਹੈ। ਇਹਦਾ ਮਾਸ ਕਿੰਨਾ ਹੈ MA ਅਤੇ ਇਹਦਾ ਵੇਗ, ਮੁੱਢਲਾ ਵੇਗ ਕਿੰਨਾ ਹੈ UA। ਸਪੋਜ਼ ਇਹਦਾ ਮੁੱਢਲਾ ਵੇਗ ਕਿੰਨਾ ਹੈ UA ਅਤੇ ਆਹ ਜਿਹੜੀ ਬੋਲ ਹੈ ਇਹ ਹੈ B, ਇਸ ਦਾ ਪੁੰਜ ਜਿਹੜਾ ਹੈ ਉਹ ਹੈ MB ਅਤੇ ਇਹਦਾ ਮੁੱਢਲਾ ਵੇਗ ਹੈ UB। ਹੁਣ ਮੰਨ ਲਓ ਇਹ ਦੋਨੋਂ ਬੋਲ ਆਪਸ ਦੇ ਵਿੱਚ ਆ ਕੇ ਟਕਰਾ ਜਾਂਦੀਆਂ। ਕੀ ਕਰਦੀਆਂ? ਦੋਨੋਂ ਬੋਲਸ ਆਉਂਦੀਆਂ ਅਤੇ ਆਪਸ ਦੇ ਵਿੱਚ ਟਕਰਾ ਜਾਂਦੀਆਂ। ਜਦੋਂ ਟਕਰਾਉਂਦੀਆਂ, ਟਕਰਾਉਣ ਤੋਂ ਬਾਅਦ ਇਹਨਾਂ ਨੇ ਫਿਰ ਉਲਟ ਦਿਸ਼ਾ ਦੇ ਵਿੱਚ ਵਾਪਿਸ ਚਲੇ ਜਾਣਾ। ਹੁਣ A ਅਤੇ B, ਹੁਣ ਇਹਦਾ ਪੁੰਜ ਤਾਂ ਬਦਲਣਾ ਨਹੀਂ ਹੈ, ਤਾਂ ਪੁੰਜ ਕਿੰਨਾ ਹੈ MA ਅਤੇ ਹੁਣ ਵੇਗ ਕਿੰਨਾ ਹੋ ਗਿਆ VA, ਬਦਲ ਗਿਆ, ਵੇਗ ਬਦਲ ਜਾਂਦਾ। ਠੀਕ ਹੈ, ਵੇਗ ਬਦਲ ਗਿਆ ਔਰ ਇਹਦਾ MB ਔਰ ਵੇਗ ਕਿੰਨਾ ਹੋ ਗਿਆ VB। ਠੀਕ ਹੈ। ਸੋ ਆਪਣੇ ਕੋਲ ਜਦ ਇਹਦਾ ਹੁਣ ਇਹਦੇ ਵਿੱਚ ਦੇਖੋਗੇ ਤਾਂ ਆਪਣੇ ਕੋਲ A ਵਸਤੂ ਦਾ ਸੰਵੇਗ ਬੇਟਾ ਕਿੰਨਾ ਬਦਲਿਆ, ਸੰਵੇਗ A ਵਸਤੂ ਦਾ ਜਿਹੜਾ ਸੰਵੇਗ ਹੈ, ਹੁਣ ਸੰਵੇਗ ਕੀ ਹੁੰਦਾ? ਠੀਕ ਹੈ, ਸੰਵੇਗ ਹੁੰਦਾ ਬਦਲਣ, MV ਮਾਈਨਸ ਹੁਣ ਇਹਦਾ ਸੰਵੇਗ ਕਿੰਨਾ ਬਦਲਿਆ ਹੈ, ਇਹਦਾ ਸੰਵੇਗ ਕਿੰਨਾ ਬਦਲਿਆ, ਅੰਤਿਮ ਸੰਵੇਗ ਮਾਈਨਸ ਮੁੱਢਲਾ ਸੰਵੇਗ। ਕੀ ਬਦਲਾਵ ਆਇਆ? ਮੁੱਢਲਾ ਸੰਵੇਗ। ਸੋ ਅੰਤਿਮ ਸੰਵੇਗ ਜਿਹੜਾ ਹੈ ਉਹ ਆਪਣੇ ਕੋਲ ਕੀ ਬਣ ਗਿਆ MA। ਸੰਵੇਗ ਦਾ ਫਾਰਮੂਲਾ ਕੀ ਹੁੰਦਾ? ਪੁੰਜ ਗੁਣਾ ਵੇਗ। ਤਾਂ ਇਹ ਆ ਗਿਆ MA VA ਮਾਈਨਸ MA UA। ਇਹਦਾ ਸੰਵੇਗ ਬਦਲ ਗਿਆ। ਕੀ ਬਦਲਿਆ? A ਦੇ ਵਿੱਚ ਕੀ ਬਦਲਾਵ ਆਇਆ ਹੈ? ਟਕਰਾਉਣ ਤੋਂ ਪਹਿਲਾਂ ਅਤੇ ਟਕਰਾਉਣ ਤੋਂ ਬਾਅਦ। ਠੀਕ ਹੈ, ਟਕਰਾਉਣ ਤੋਂ ਪਹਿਲਾਂ ਇਹਦਾ ਸੰਵੇਗ ਸੀਗਾ MA UA ਅਤੇ ਟਕਰਾਉਣ ਤੋਂ ਬਾਅਦ ਇਹਦਾ ਸੰਵੇਗ ਹੋ ਗਿਆ MA VA। ਠੀਕ ਹੈ ਜੀ, ਅਤੇ ਇਹਦੇ ਵਿੱਚ ਪਰਿਵਰਤਨ ਆ ਗਿਆ, ਸੰਵੇਗ ਵਿੱਚ ਪਰਿਵਰਤਨ, ਸੰਵੇਗ ਵਿੱਚ ਪਰਿਵਰਤਨ। ਠੀਕ ਹੈ, ਹੁਣ B ਦੇ ਵਿੱਚ ਸੰਵੇਗ 'ਚ ਕੀ ਪਰਿਵਰਤਨ ਆਏਗਾ?
बी गेंद दे संवेग विच परिवर्तन, बी गेंद दे संवेग विच परिवर्तन, ये कितना आ गया बेटा? सो संवेग विच परिवर्तन कितना बनया? डेट इज एम बी वी बी अंतिम वेग माइनस मुढ़ला वेग, मुढ़ला कितना एम बी यू बी, इहदा मुढ़ला संवेग कितना एम बी यू बी, इहदा अंतिम संवेग कितना एम बी वी बी। तो फाइनल दे विचों इनीशियल माइनस कर देना, मतलब होने वाला वेग जिहड़ा अंतिम वेग माइनस मुढ़ला वेग। हुण अपने कोल जिहड़ा गति का तीसरा नियम है, इहदे विच संवेग दे परिवर्तन की दर, उन्होंने असीं की कहांगे बेटा? फोर्स एक्टिंग ऑन बी बाय ए, मतलब बल लग रहा है बी दे उत्ते ए द्वारा, तो कितना है उहदे परिवर्तन की दर ते निर्भर करता है। ये गति का दूसरा नियम दसदा अपने कोल कि किसी भी वस्तु के उत्ते बल उहदे संवेग दे बदलन की दर दे बराबर हुंदा है। किसी वस्तु उत्ते लग रहा बल उहदे संवेग दे बदलन की दर उत्ते निर्भर करता है। तो आपां इहनूं की लिखांगे बेटा? एम ए वी ए माइनस एम ए यू ए डिवाइडेड बाय टी, उहदे बदलन की दर। ठीक है, एम ए कॉमन निकल आया, ये आ गया वी ए माइनस यू बी बाई टी। और इहदे विच की परिवर्तन है? इहदे विच बल कितना लग रहा है? फोर्स ऑन ए बी अपॉन ए, डेट इज एम बी वी बी, ये संवेग विच परिवर्तन, संवेग विच परिवर्तन कितना है? एम बी वी बी माइनस एम बी यू बी डिवाइडेड बाय टी। ਇਹਦਾ ਆਪਾਂ ਨੂੰ ਦੱਸ ਰਿਹਾ गति का दूसरा नियम कि किसी भी वस्तु उत्ते जो बल है वो ਉਹਦੇ संवेग ਦੇ परिवर्तन की दर उत्ते निर्भर करता है। ठीक है जी, ਇਹਦਾ निकल आया और इसका निकल आया। हुण जिहड़ा गति का तीसरा नियम है वो साडे कोल की कहता है कि जब तक कोई एक्सटर्नल फोर्स नहीं लग रही, जब तक कोई बाहरी बल नहीं लग रहा, तब तक उसका संवेग जिहड़ा है उसका जिहड़ा है जब तक कोई बाहरी बल नहीं लगता तब तक उसका संवेग जिहड़ा है वो बराबर रहता है। या आप कह सकते हैं जिहड़ा थर्ड ला है न्यूटन का तीसरा नियम है वो अपने को ये कह रहा है टू एवरी एक्शन देयर इज इक्वल एंड ऑपोजिट रिएक्शन, हर क्रिया दे उल्ट एक प्रतिक्रिया होंदी है। तो एफ ए बी गति दे तीसरे नियम, गति दे तीसरे नियम अनुसार, गति दे तीसरे नियम अनुसार हर क्रिया दे उल्ट एक प्रतिक्रिया होंदी है। माइनस एफ बी ए, ये दोनों जड़े हैं वो ऑपोजिट साइन दे विच हो गए बेटा। तो इन्हां दियां वैल्यूज़ जड़ियां असीं पुट कर देनियां। एफ ए बी दी वैल्यू की है? एम ए वी ए माइनस यू ए बाई टी, यदि की है एम बी वी बी माइनस यू बी बाई टी। हुण टी ना टी कैंसल हो गया। एम ए इनू असीं खोल के लिख लिया एम ए वी ए माइनस एम ए यू ए इक्वल टू माइनस एम बी वी बी माइनस माइनस बेटा ये अंदर जाके प्लस का हो जाना है एम बी यू बी। हुण असी यू वाली टर्म मुढ़ले वालियां पहला ले आवांगे, ये अपने को हो जाएगा एम ए वी ए प्लस एम बी वी बी बराबर है एम ए यू ए प्लस एम बी यू बी। आ की है बेटा? मुढ़ला वेग। आ की है? मुढ़ला संवेग। ते आ की है? अंतिम संवेग। दोनों वस्तु अंतिम संवेग ते मुढ़ला संवेग ते अंतिम संवेग की हो गए बेटा? बराबर हो गए। इसका मतलब जब तक कोई बाहरी बल नहीं लगता तो उसका मुढ़ला संवेग ते अंतिम संवेग
ਜਿਹੜਾ ਹੈ ਉਹ ਕੰਜ਼ਰਵ ਰਹਿੰਦਾ ਹੈ, ਉਹ ਹਮੇਸ਼ਾ ਆਪਣੀ ਹੋਂਦ ਬਣਾਏ ਰੱਖਦਾ ਹੈ, ਉਹ ਚੇਂਜ ਨਹੀਂ ਹੁੰਦਾ, ਉਹ ਬਦਲਦਾ ਨਹੀਂ ਹੈ। ਠੀਕ ਹੈ ਜੀ। ਸੋ ਜਦ ਤੱਕ ਕਿਸੇ ਵਸਤੂ ਦੇ ਉੱਤੇ ਬਾਹਰੀ ਬਲ ਨਹੀਂ ਲੱਗਦਾ ਤਦ ਤੱਕ ਉਹਦਾ ਸੰਵੇਗ ਜਿਹੜਾ ਹੈ ਉਹ ਨਹੀਂ ਬਦਲਦਾ। ਤੋ ਇਹਨਾਂ ਦਾ ਜਿਹੜਾ ਸੰਵੇਗ ਹੈ UA MA UA ਪਲੱਸ MA UB ਬਰਾਬਰ ਹੈ MA U ਹੈ ਬੇਟਾ। ठीक है जी, MA VA प्लस MB VB। ठीक है, ये अंतिम मुढ़ला संवेग, ये अंतिम संवेग, ये जड़ा है वो बराबर होएगा। सो इस दे नाल ही असी अज विदा लैंदे हां। सो थैंक यू।